Hello everyone, this is Sakshi Agarwal from Malerkotla. I welcome you all on मेहनती बच्चे. First of all, sorry बिकॉज काफ़ी दिनों बाद ਆਪਾਂ मिल रहे हैं. इन्ने दिनों तो वीडियो अपलोड नहीं कर पा रही सी, बहुत अर्जेंट वर्क सी, बट ਹੁਣ तो मैं कोशिश करूँगी कि ਤੁਹਾਡੇ ਲਈ अच्छी वीडियोज़ लैके आवां. सो ਅੱਜ इस वीडियो ਦੇ ਵਿੱਚ ਆਪਾਂ ਪੰਜਾਬ ਬਜਟ ਡਿਸਕਸ ਕਰਾਂਗੇ 2020 2021. ਇਹ ਧਿਆਨ ਰੱਖਿਓ ਬਿਕॉज ਕਈ ਵਾਰ ਈਅਰ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਿ ਬਜਟ ਕਿਹੜੇ ਈਅਰ ਦਾ 2020 ਟੂ 2021. ओके MCQs ਦੀ ਹੈਲਪ ਨਾਲ ਵੀ ਆਪਾਂ ਮੇਨ ਪੁਆਇੰਟਸ ਡਿਸਕਸ ਕਰਾਂਗੇ ਬਜਟ ਦੇ ਤੇ ਕੁਝ ਹੋਰ ਇੰਪੋਰਟੈਂਟ ਮਾਈਨਿਊਟ ਡਿਟੇਲਸ ਵੀ ਮੈਂ ਤੁਹਾਨੂੰ ਦੱਸੂਗੀ. ਓਕੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਨਾਲ ਆਪਣੇ ਕੋਲ ਇੱਕ ਕਾਪੀ ਪੈਨ ਜ਼ਰੂਰ ਰੱਖੋ ਤਾਂ ਕਿ ਜੋ ਵੀ ਇੰਪੋਰਟੈਂਟ ਪੁਆਇੰਟਸ ਹੈ ਉਹ ਤੁਸੀਂ ਨੋਟ ਡਾਊਨ ਕਰ ਸਕੋ ਨਾਲ ਕਿਉਂਕਿ ਪੰਜਾਬ ਦੇ ਜਿੰਨੇ ਵੀ ਐਗਜ਼ਾਮਸ ਹੈ ਸਪੈਸ਼ਲੀ ਜੋ PPSC ਦੁਆਰਾ ਕੰਡਕਟ ਕੀਤੇ ਜਾਂਦੇ ਆ ਉਹਨਾਂ ਵਿੱਚ ਬਜਟ ਤੋਂ ਤੁਸੀਂ ਡਾਇਰੈਕਟ 1 ਜਾਂ 2 ਕੁਐਸਚਨ ਐਕਸਪੈਕਟ ਕਰ ਸਕਦੇ ਹੋ. ਸੋ ਧਿਆਨ ਨਾਲ ਦੇਖਿਓ ਵੀਡੀਓ ਨੂੰ. ਓਕੇ ਜਿਹੜੇ ਵੀ ਸਟੂਡੈਂਟਸ ਚੈਨਲ ਦੇ ਉੱਪਰ ਨਿਊ ਹੈ ਉਹਨਾਂ ਲਈ ਮੈਂ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਚੈਨਲ ਦੇ ਉੱਪਰ ਕਾਫੀ ਸਾਰੀ ਵੀਡੀਓਜ਼ ਮਿਲ ਜਾਣਗੀਆਂ ਲਾਈਕ ਯੂਨਾਈਟਿਡ ਨੇਸ਼ਨ, ਉਸ ਤੋਂ ਇਲਾਵਾ PPSC ਦੇ ਲਈ ਇਨਵਾਇਰਮੈਂਟ, ਪੋਲਿਟੀ, ਉਸ ਤੋਂ ਇਲਾਵਾ ਕਰੰਟ ਅਫੇਅਰ, ਦੈਨ ਮਾਡਰਨ ਹਿਸਟਰੀ, ਪੰਜਾਬ ਦੀ ਹਿਸਟਰੀ ਅਤੇ ਪੰਜਾਬ ਦਾ ਸਟੈਟਿਕ GK, ਉਸ ਤੋਂ ਇਲਾਵਾ ਇਕਨੋਮਿਕਸ, ਦੈਨ ਰੀਜ਼ਨਿੰਗ, ਕੰਪਿਊਟਰ ਫੰਡਾਮੈਂਟਲਸ, ਇੰਗਲਿਸ਼. ਓਕੇ ਵੈਸੇ ਇਹਨਾਂ ਵਿੱਚੋਂ ਜਿਹੜੀ ਪ੍ਰੀਵੀਅਸ ਈਅਰ ਵਾਲੀ ਵੀਡੀਓਜ਼ ਉਹ PPSC ਐਗਜ਼ਾਮਸ ਦੇ ਲਈ ਬਣਾਈਆਂ ਗਈਆਂ ਬਟ ਉਹ ਹਰ ਪੇਪਰ 'ਚ ਤੁਹਾਡੇ ਕੰਮ ਆਉਣਗੀਆਂ ਬਿਕੋਜ਼ ਉਸ 'ਚ ਨਾਲ ਥਿਊਰੀ ਵੀ ਕਵਰ ਕੀਤੀ ਗਈ ਹੈ. ਸੋ ਤੁਸੀਂ ਦੇਖ ਸਕਦੇ ਹੋ. ਸੋ ਅਗਰ ਤੁਸੀਂ ਚਾਹੁੰਦੇ ਹੋ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਰਿਸੀਵ ਹੁੰਦੀ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ. ਅਗਰ ਵੀਡੀਓਜ਼ ਅੱਛੀਆਂ ਲੱਗਦੀਆਂ ਲਾਈਕ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ. ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ ਨੂੰ. ਸਭ ਤੋਂ ਪਹਿਲਾਂ क्वेश्चन है बाय होम पंजाब बजट 2020 2021 वॉज प्रेजेंटेड. किने प्रेजेंट किया? ਇਹਦਾ ਆਨਸਰ ਕੀ ਆਏਗਾ? C, दैट इज़ मनप्रीत सिंह बादल. मनप्रीत सिंह बादल कौन ने? ਉਹ ਕਰੰਟਲੀ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੇ. ਇਹ ਵੀ ਲਿਖ ਲਿਓ ਪੁਆਇੰਟ ਬਿਕੋਜ਼ ਇਹਦੇ ਉੱਪਰ ਡਾਇਰੈਕਟ ਕੁਐਸਚਨ ਆ ਸਕਦਾ ਹੈ. ਓਕੇ ਤੇ ਉਹ ਇਸ ਵਾਰ ਉਹਨਾਂ ਨੇ 4th ਟਾਈਮ ਜਿਹੜਾ ਪੰਜਾਬ ਦਾ ਬਜਟ ਆ ਉਹਨੂੰ ਪੇਸ਼ ਕੀਤਾ. ਓਕੇ ਸੋ ਇਹਨੂੰ ਵੀ ਯਾਦ ਰੱਖਿਓ. ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ ਵਟ ਇਜ਼ ਦ ਟੋਟਲ ਅਮਾਊਂਟ ਆਫ ਪੰਜਾਬ ਬਜਟ 2020 2021. ਇਹਦੀ ਟੋਟਲ ਅਮਾਊਂਟ ਕਿੰਨੀ ਹੈ? ਸੋ ਇਸ ਦਾ ਆਨਸਰ ਆਏਗਾ B, that is rupees 1.54 lakh crores. ਸੋ ਅਗਰ ਤੁਹਾਨੂੰ ਮੈਂ ਐਗਜ਼ੈਕਟ ਫਿਗਰ ਦੱਸਾਂ ਤਾਂ 1 crore 54 lakh 805.29. ਓਕੇ ਦੈਨ ਨੈਕਸਟ ਕੁਝ ਹੋਰ ਇੰਪੋਰਟੈਂਟ ਪੁਆਇੰਟਸ ਜੋ ਤੁਹਾਨੂੰ ਪਤਾ ਹੋਣੇ ਚਾਹੀਦੇ ਆ. ਦੇਖੋ ਅਗਰ ਆਪਾਂ ਬਜਟ ਦੀ ਗੱਲ ਕਰ ਰਹੇ ਹਾਂ ਤਾਂ ਬਜਟ ਦਾ ਮਤਲਬ ਕੀ ਹੁੰਦਾ ਹੈ ਕਿ ਸਰਕਾਰ ਨੇ ਦੱਸਤਾ ਕਿ ਆਉਣ ਵਾਲੇ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਉਹਦੇ ਵਿੱਚ ਉਹਨਾਂ ਨੂੰ ਕਿੰਨੀ ਆਮਦਨੀ ਆਊਗੀ ਅਤੇ ਉਹ ਕਿੱਥੇ ਕਿੱਥੇ ਖਰਚ ਕਰਨਗੇ. ਮੀਨਸ ਉਹ ਆਪਣੀ ਆਮਦਨੀ ਅਤੇ ਉਹਨਾਂ ਦਾ ਖਰਚਾ ਕਿੰਨਾ ਹੋਊਗਾ ਉਹਦਾ ਹਿਸਾਬ ਦੇ ਰਹੇ ਨੇ ਬਜਟ ਦੇ ਵਿੱਚ. ਸੋ ਅਗਰ ਆਪਾਂ ਰੈਵਨਿਊ ਰਿਸੀਟ ਦੀ ਗੱਲ ਕਰੀਏ ਤਾਂ ਕਿੰਨੀ ਹੈ? 88,004.31 ਕਰੋੜਸ. ਓਕੇ ਅਗਰ ਆਪਾਂ ਐਕਸਪੈਂਡੀਚਰ ਦੀ ਗੱਲ ਕਰੀਏ ਤਾਂ ਕਿੰਨਾ ਹੈ? 95,716.04 ਕਰੋੜਸ. ਓਕੇ ਤੇ ਰੈਵਨਿਊ ਡੈਫਿਸਿਟ ਦਾ ਮਤਲਬ ਕੀ ਹੈ ਕਿ ਆਮਦਨੀ ਜਿੰਨੀ ਆ ਰਹੀ ਹੈ ਅਤੇ ਜਿੰਨਾ ਖਰਚ ਹੋ ਰਿਹਾ ਉਹਦੇ ਵਿੱਚ ਕਿੰਨਾ ਡਿਫਰੈਂਸ ਹੈ. ਓਕੇ ਤਾਂ ਉਹ ਕਿੰਨਾ ਹੈ? 7,711.73 ਕਰੋੜਸ. ਓਕੇ ਮੀਨਸ ਹਮੇਸ਼ਾ ਖਰਚਾ ਜ਼ਿਆਦਾ ਹੁੰਦਾ, ਆਮਦਨੀ ਘੱਟ ਹੁੰਦੀ ਹੈ ਤਾਂ ਉਹਦੇ ਨਾਲ ਡੈਫਿਸਿਟ ਕ੍ਰੀਏਟ ਹੋ ਜਾਂਦਾ ਹੈ. ਉਹੀ ਵਾਲਾ ਡੈਫਿਸਿਟ ਹੈ. ਇਹਨੂੰ ਇੱਕ ਵਾਰ ਬਸ ਨਿਗਾਹ 'ਚ ਰੱਖਿਓ. ਮੇਨ ਜਿਹੜਾ ਇਹਦੇ ਵਿੱਚ ਪੁਆਇੰਟ ਆ ਉਹ ਟੋਟਲ ਪਤਾ ਹੋਣਾ ਚਾਹੀਦਾ. ਵੈਲਿਊ ਕਿੰਨੀ ਹੈ? 1.54 ਲੱਖ ਕਰੋੜਸ. ਸੋ ਹੁਣ ਆਪਾਂ ਇੱਕ ਹੋਰ ਛੋਟਾ ਜਿਹਾ ਪੁਆਇੰਟ ਡਿਸਕਸ ਕਰਦੇ ਹਾਂ. ਅਗਰ ਤੁਹਾਨੂੰ ਕਦੇ ਪੇਪਰ 'ਚ ਪੁੱਛ ਲੈਣ ਕਿ ਠੀਕ ਹੈ ਬਜਟ ਦੇ ਵਿੱਚ ਸਰਕਾਰ ਨੂੰ ਕਿਤੋਂ ਤਾਂ ਆਮਦਨੀ ਹੁੰਦੀ ਹੈ ਅਤੇ ਕੁਛ ਐਸੇ ਏਰੀਆਜ਼ ਨੇ ਜਿੱਥੇ ਉਹ ਖਰਚ ਕਰਦੇ ਆ. ਸੋ ਜਿਹੜਾ ਮੈਕਸੀਮਮ ਇਨਕਮ ਸਰਕਾਰ ਨੂੰ ਮਿਲਦੀ ਹੈ ਉਹ ਕਿੱਥੋਂ ਮਿਲਦੀ ਹੈ? ਨॉन ਡੈਟ ਰਿਸੀਟ ਦੇ ਵਿੱਚ. ਓਕੇ ਕਿੰਨੀ ਹੁੰਦੀ ਹੈ? 45%. ਇਹ ਯਾਦ ਰੱਖਿਓ. ਅਤੇ ਅਗਰ ਆਪਾਂ ਗੱਲ ਕਰੀਏ ਕਿ ਮੈਕਸੀਮਮ ਖਰਚਾ ਕਿੱਥੇ ਹੁੰਦਾ ਹੈ, ਸੋ ਉਹ ਹੁੰਦਾ ਹੈ ਰੈਵਨਿਊ ਐਕਸਪੈਂਡੀਚਰਸ ਦੇ ਵਿੱਚ. ਜਿਹੜਾ ਬਾਕੀ ਦਾ ਰੈਵਨਿਊ ਐਕਸਪੈਂਡੀਚਰ ਹੈ, ਰੈਵਨਿਊ ਐਕਸਪੈਂਡੀਚਰ ਕਿਹੜਾ ਹੁੰਦਾ ਹੈ? ਜਿਹੜਾ ਕਿ ਸਰਕਾਰ ਨੂੰ ਖਰਚ ਕਰਨਾ ਪੈਂਦਾ ਆਪਣੀ ਡੇ ਟੂ ਡੇ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਦੇ ਲਈ, ਜਿਵੇਂ ਸਬਸਿਡੀ ਦੇਤੀ ਜਾਂ ਹੋਰ ਵੀ ਕਾਫੀ ਖਰਚ ਹੁੰਦੇ ਆ. ਸੋ ਮੈਕਸੀਮਮ ਖਰਚ ਉੱਥੇ ਹੁੰਦਾ ਹੈ. ਓਕੇ ਬਾਕੀ ਅਗਰ ਆਪਾਂ ਗੱਲ ਕਰੀਏ ਹੋਰ ਕਿੱਥੋਂ ਇਨਕਮ ਆਉਂਦੀ ਹੈ, ਸਟੇਟਸ ਓਨ ਟੈਕਸ ਰੈਵਨਿਊ, ਉਹ ਤੋਂ ਬਾਅਦ ਗ੍ਰਾਂਟ ਇਨ ਏਡ ਫਰਮ ਸੈਂਟਰ, ਦੈਨ ਪਬਲਿਕ ਡੈਟ, ਦੈਨ ਸ਼ੇਅਰ ਆਫ ਸੈਂਟਰਲ ਟੈਕਸ, ਦੈਨ ਸਟੇਟ ਓਨਸ ਨੋਨ ਟੈਕਸ ਰੈਵਨਿਊ. ਓਕੇ ਅਤੇ ਜਿਹੜਾ ਪੈਸੇ ਉਹ ਖਰਚ ਕਿੱਥੇ ਹੁੰਦੇ ਆ? ਪੈਨਸ਼ਨਸ and retirement benefits, then capital expenditure, then advances of loans, ਉਸ ਤੋਂ ਇਲਾਵਾ salaries and wages, then interest payment, then repayment of public debt. ਓਕੇ ਸੋ ਇਹ ਕੁਛ ਡਿਟੇਲਸ ਇਹਨੂੰ ਯਾਦ ਰੱਖਿਓ. ਹੁਣ ਤੁਹਾਡੇ ਲਈ ਕੁਐਸਚਨ ਹੈ, ਇਹ ਤਾਂ ਆਪਾਂ ਗੱਲ ਕੀਤੀ ਪੰਜਾਬ ਦੇ ਬਜਟ ਦੀ,
ठीक है, कि ਜਿਹੜਾ ਪੰਜਾਬ ਗਵਰਨਮੈਂਟ ਉਹਨੂੰ ਆਮਦਨੀ ਕਿੱਥੋਂ ਹੋ ਰਹੀ ਹੈ ਤੇ ਉਹਦਾ ਖਰਚ ਕਿੱਥੇ ਹੋ ਰਿਹਾ। ਹੁਣ ਤੁਸੀਂ ਸੇਮ ਚੀਜ਼ ਦੇਖੋਗੇ ਕਿ ਸੈਂਟਰ ਲੈਵਲ ਤੇ ਜਿਹੜਾ ਆਪਣਾ ਬਜਟ ਆਉਂਦਾ ਹੈ ਉਹਦੇ ਵਿੱਚ ਮੈਕਸਿਮਮ ਇਨਕਮ ਕਿੱਥੋਂ ਜਨਰੇਟ ਹੁੰਦੀ ਹੈ ਤੇ ਮੈਕਸਿਮਮ ਖਰਚ ਕਿੱਥੇ ਹੁੰਦਾ ਹੈ। ਸੋ ਇਹ ਤੁਸੀਂ ਦੋਨੋਂ ਚੀਜ਼ਾਂ ਕਮੈਂਟਸ 'ਚ ਦੱਸੋਗੇ, ਕੰਮ ਆਣ ਗਿਆ ਤੁਹਾਡੇ। ਓਕੇ, ਹੁਣ ਨੈਕਸਟ ਆਪਾਂ ਅਗਲਾ ਕੁਐਸਚਨ ਦੇਖ ਰਹੇ ਹਾਂ। What is the value of Punjab GSDP, that is gross state domestic product? So the value कितनी है? ਇਹਦਾ ਆਨਸਰ ਆਊਗਾ B, that is rupees 6.44 lakh crores. Okay, ਉਹ ਤੋਂ ਬਾਅਦ the retirement age of government employees reduced from 60 years to dash. ਹੁਣ ਦੇਖੋ, ਇਹ ਬਜਟ ਤੋਂ ਪਹਿਲਾਂ ਵੈਸੇ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਜਿੰਨੇ ਵੀ ਗਵਰਨਮੈਂਟ ਇੰਪਲੋਇਜ਼ ਆ ਉਹਨਾਂ ਦੀ ਰਿਟਾਇਰਮੈਂਟ ਏਜ ਨੂੰ ਘਟਾ ਦਿੱਤਾ ਗਿਆ। 60 ਈਅਰਸ ਤੋਂ ਕਿੰਨੀ ਕਰ ਦਿੱਤੀ ਗਈ ਹੈ? ਇਹਦਾ ਆਨਸਰ ਆਊਗਾ ਬੀ, ਦੈਟ ਇਜ਼ 58 ਈਅਰਸ। ਉਹ ਕਹਿੰਦੇ ਕਿ ਅਸੀਂ ਇੱਕ ਬੰਦੇ ਨੂੰ ਜਦੋਂ ਰਿਟਾਇਰਮੈਂਟ ਏਜ ਅਸੀਂ ਘਟਾ ਰਹੇ ਹਾਂ ਤਾਂ ਇੱਕ ਬੰਦੇ ਦੀ ਥਾਂ 'ਤੇ ਅਸੀਂ ਹੁਣ 4 ਨਵੇਂ ਬੰਦੇ ਰਿਕਰੂਟ ਕਰ ਸਕਦੇ ਹਾਂ। ਪੰਜਾਬ ਗਵਰਨਮੈਂਟ ਦਾ ਇਹ ਕਹਿਣਾ ਹੈ। ਓਕੇ, ਉਹ ਤੋਂ ਬਾਅਦ ਨੈਕਸਟ ਹੈ रूरल डेवलपमेंट फंड एंड मार्केट डेवलपमेंट फी, दैट इज़ मंडी फी, ਉਹਨੂੰ ਕਿੰਨਾ ਰਿਡਿਊਸ ਕੀਤਾ ਗਿਆ? 4% ਹੈ, ਸੋ ਉਹਨੂੰ ਕਿੰਨਾ ਕਰ ਦਿੱਤਾ ਗਿਆ? 1%। ਯਾਦ ਰੱਖਿਓ, ਪੁੱਛ ਸਕਦੇ ਆ। ਉਹ ਤੋਂ ਬਾਅਦ ਨੈਕਸਟ ਹੈ ਵਿਚ ਸੈਕਟਰ ਗॉट ਮੈਕਸਿਮਮ ਐਲੋਕੇਸ਼ਨ ਆਫ ਫੰਡਸ ਇਨ ਪੰਜਾਬ ਬਜਟ 2020-2021। ਬਾਰ ਮੈਂ ਬੋਲ ਰਹੀ ਹਾਂ 2020-2021, ਯਾਦ ਰੱਖਿਓ ਬਿਕੋਜ਼ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਕਿ ਈਅਰ ਕਿਹੜਾ ਹੈ। ਓਕੇ, ਕਹਿੰਦਾ ਐਸਾ ਕਿਹੜਾ ਸੈਕਟਰ ਹੈ ਇਹਨਾਂ ਵਿੱਚੋਂ ਜਿਹਨੂੰ ਮੈਕਸਿਮਮ ਐਲੋਕੇਸ਼ਨ ਮਿਲ ਰਹੀ ਹੈ ਪੰਜਾਬ ਦੇ ਬਜਟ 'ਚੋਂ। ਠੀਕ ਹੈ, ਸੋ ਕਿਹੜਾ ਸੈਕਟਰ ਹੈ? ਇਹਦਾ ਆਨਸਰ ਆਏਗਾ ਬੀ। ਹਮੇਸ਼ਾ ਅੱਜ ਤੱਕ ਪੰਜਾਬ ਦੇ ਵਿੱਚ ਜਿਹੜਾ ਮੈਕਸਿਮਮ ਐਲੋਕੇਸ਼ਨ ਮਿਲਿਆ ਉਹ ਮਿਲਿਆ ਐਗਰੀਕਲਚਰ ਸੈਕਟਰ ਨੂੰ, ਬਿਕੋਜ਼ ਆਪਣੀ ਜਿਹੜੀ ਪੰਜਾਬ ਦੀ ਇਕੋਨਮੀ ਹੈ ਉਹ ਜ਼ਿਆਦਾਤਰ ਐਗਰੀਕਲਚਰ ਸੈਕਟਰ ਦੇ ਉੱਪਰ ਡਿਪੈਂਡ ਕਰਦੀ ਹੈ। ਜਿਹੜਾ ਇਹ ਵਾਲਾ ਬਜਟ ਹੈ ਉਹਦੇ ਵਿੱਚ ਉਹਨਾਂ ਨੇ ਮੇਨ ਫੋਕਸ ਕਿਹਦੇ ਉੱਪਰ ਰੱਖਿਆ? ਐਜੂਕੇਸ਼ਨ ਦੇ ਉੱਪਰ। ਓਕੇ, ਸੋ ਅਗਰ ਆਪਾਂ ਗੱਲ ਕਰੀਏ ਇਹ ਟੇਬਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਐਜੂਕੇਸ਼ਨ ਹੈ, ਐਜੂਕੇਸ਼ਨ ਦੇ ਲਈ 13,092 ਕਰੋੜਸ ਟੋਟਲ ਐਲੋਕੇਸ਼ਨ ਦਿੱਤਾ ਗਿਆ ਬਜਟ 'ਚੋਂ। ਉਹ ਤੋਂ ਬਾਅਦ ਐਗਰੀਕਲਚਰ ਦੀ ਗੱਲ ਕਰੀਏ, ਐਗਰੀਕਲਚਰ ਦੇ ਵਿੱਚ 12,526 ਕਰੋੜਸ। ਦੈਨ ਹੈਲਥ ਦੇ ਵਿੱਚ 4,675 ਕਰੋੜਸ। ਉਸ ਤੋਂ ਬਾਅਦ ਰੂਰਲ ਡਿਵੈਲਪਮੈਂਟ ਜਾਂ ਪੰਚਾਇਤਸ ਵਗੈਰਾ ਲਈ 3,830 ਕਰੋੜਸ। ਦੈਨ ਅਰਬਨ ਇਨਫਰਾਸਟਰਕਚਰ ਦੇ ਲਈ 5,026 ਕਰੋੜ। ਉਸ ਤੋਂ ਬਾਅਦ ਸੋਸ਼ਲ ਸਿਕਿਉਰਿਟੀ ਲਈ 3,498 ਕਰੋੜਸ। ਇਹ ਤੋਂ ਬਾਅਦ ਕੁਝ ਹੋਰ ਇੰਪੋਰਟੈਂਟ ਇਹਦੇ ਵਿੱਚ ਪੁਆਇੰਟਸ ਦਿੱਤੇ ਹੋਏ ਉਹਨਾਂ ਨੂੰ ਵੀ ਦੇਖ ਲਓ। ਅਗਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਜਿਹੜੇ 100 ਕਰੋੜਸ ਹੈ ਉਹਨਾਂ ਨੂੰ 4150 ਕਲਾਸਰੂਮ ਕੰਸਟਰਕਟ ਕਰਨ ਦੇ ਲਈ ਐਲੋਕੇਟ ਕੀਤਾ ਗਿਆ। ਉਹ ਤੋਂ ਬਾਅਦ 100 ਕਰੋੜਸ ਫॉर ਸਮਾਰਟ ਸਕੂਲਸ। ਦੈਨ 75 ਕਰੋੜ ਫॉर ਰਿਪੇਅਰ ਐਂਡ ਮੇਨਟੇਨੈਂਸ। ਓਕੇ, ਜਿਵੇਂ ਅਲੱਗ-ਅਲੱਗ ਯੂਨੀਵਰਸਿਟੀਜ਼ ਦੀ। ਦੈਨ ਐਗਰੀਕਲਚਰ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਜਿਹੜੇ ਫੰਡਸ ਐਲੋਕੇਟ ਕੀਤੇ ਗਏ ਹੈ ਉਹਨਾਂ ਵਿੱਚੋਂ 2,000 ਕਰੋੜਸ ਫॉर ਨੈਕਸਟ ਫੇਜ਼ ਆਫ ਡੈਟ ਰਿਲੀਫ। ਦੈਨ 200 ਕਰੋੜ ਫॉर ਡਾਇਵਰਸੀਫਿਕੇਸ਼ਨ। ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਹੜੀ ਵੀਟ ਹੈ ਅਤੇ ਰਾਈਸ ਹੈ ਉਹਨੂੰ ਜ਼ਿਆਦਾਤਰ ਫਾਰਮਰਸ ਉਗਾਉਣਾ ਪਸੰਦ ਕਰਦੇ ਆ, ਬਟ ਉਹਦੇ ਨਾਲ ਕਾਫੀ ਸਾਰੀ ਪ੍ਰੋਬਲਮਸ ਹੋ ਰਹੀਆਂ, ਜਿਵੇਂ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਹੈ। ਠੀਕ ਹੈ, ਜਦੋਂ ਪਰਾਲੀ ਨੂੰ ਅੱਗ ਲਗਾਉਂਦੇ ਆ ਤਾਂ ਉਹਦੇ ਨਾਲ ਕਾਫੀ ਜ਼ਿਆਦਾ ਧੂੰਆਂ ਹੋਣ ਦੀ ਵਜ੍ਹਾ ਨਾਲ ਪੋਲਿਊਸ਼ਨ ਕ੍ਰੀਏਟ ਹੋ ਰਿਹਾ ਹੈ। ਓਕੇ, ਸੋ ਹੁਣ ਇਹ ਕ੍ਰੌਪ ਡਾਇਵਰਸੀਫਿਕੇਸ਼ਨ ਦੇ ਉੱਪਰ ਧਿਆਨ ਦੇ ਰਹੇ ਨੇ। ਸੋ ਕ੍ਰੌਪ ਡਾਇਵਰਸੀਫਿਕੇਸ਼ਨ ਦੇ ਲਈ ਇਹਨਾਂ ਨੇ 200 ਕਰੋੜਸ ਜਿਹੜੇ ਨੇ ਉਹ ਐਲੋਕੇਟ ਕੀਤੇ ਆ। ਬੇਸਿਕਲੀ ਹੁਣ ਕਿਹੜੀ ਕ੍ਰੌਪ ਦੇ ਉੱਪਰ ਧਿਆਨ ਦਿੱਤਾ ਜਾਊਗਾ? ਮੇਜ਼। ਸੋ ਮੇਜ਼ ਦਾ ਨਾਮ ਧਿਆਨ ਰੱਖਿਓ, ਛੱਲੀ। ਠੀਕ ਹੈ, ਕਿ ਛੱਲੀ ਦੇ ਉੱਪਰ ਹੁਣ ਧਿਆਨ ਦਿੱਤਾ ਜਾਊਗਾ ਮੇਜ਼ ਨੂੰ ਉਗਾਉਣ ਦੇ ਲਈ। ਉਹ ਤੋਂ ਬਾਅਦ ਨੈਕਸਟ ਹੈ 8,275 ਕਰੋੜਸ ਐਲੋਕੇਟ ਕੀਤੇ ਆ ਫॉर ਫ੍ਰੀ ਪਾਵਰ ਟੂ ਫਾਰਮਰਸ, ਕਿ ਫਾਰਮਰਸ ਨੂੰ ਫ੍ਰੀ ਇਲੈਕਟ੍ਰੀਸਿਟੀ ਪ੍ਰੋਵਾਈਡ ਕੀਤੀ ਜਾਵੇ। ਦੈਨ ਹੈਲਥ ਦੀ ਗੱਲ ਕਰੀਏ, ਹੈਲਥ ਦੇ ਵਿੱਚ ਟੋਟਲ 4,675 ਕਰੋੜਸ ਨੇ। ਉਹਦੇ ਵਿੱਚ 221 ਕਰੋੜਸ ਐਲੋਕੇਟ ਕੀਤੇ ਗਏ ਨੇ ਅੰਡਰ ਸਰਬਤ ਸਿਹਤ ਬੀਮਾ ਯੋਜਨਾ। ਓਕੇ, 15 ਕਰੋੜਸ ਫॉर ICUs in district hospitals. Then 50 crore for upgrade of infra in primary community health centers. ਦੇਖੋ ਇਹ ਤੁਹਾਨੂੰ ਸਾਰੀਆਂ ਐਵੇਂ ਫਿਗਰਸ ਯਾਦ ਨਹੀਂ ਰੱਖਣੀਆਂ, ਬਸ ਇੱਕ ਆਈਡੀਆ ਹੋਣਾ ਚਾਹੀਦਾ। ਮੇਨ ਤੁਸੀਂ ਇਹ ਦੋਨੋਂ ਜ਼ਰੂਰ ਯਾਦ ਰੱਖਿਓ। ਠੀਕ ਹੈ, ਸਪੈਸ਼ਲੀ ਤਾਂ ਵੀ ਕਿਹੜੇ ਸੈਕਟਰ ਨੂੰ ਸਭ ਤੋਂ ਜ਼ਿਆਦਾ ਬਜਟ ਦੇ ਵਿੱਚ ਐਲੋਕੇਸ਼ਨ ਦਿੱਤਾ ਗਿਆ, ਬਿਕੋਜ਼ ਇਹ ਤੁਹਾਨੂੰ ਪੁੱਛ ਸਕਦੇ ਆ। ਸੋ ਇਹਦੇ ਵਿੱਚ 13,000 ਯਾਦ ਰੱਖ ਲਿਓ ਫਿਗਰ, ਇਹਦੇ ਵਿੱਚ 12,000 ਸਮਥਿੰਗ ਹੈ। ਓਕੇ, ਦੈਨ ਰੂਰਲ ਡਿਵੈਲਪਮੈਂਟ ਦੇ ਵਿੱਚ 600 ਕਰੋੜਸ ਹੈ ਜਿਹੜੇ ਉਹ ਸਮਾਰਟ ਵਿਲੇਜ ਕੈਂਪੇਨ ਦੇ ਵਿੱਚ ਐਲੋਕੇਟ ਕੀਤੇ ਜਾਣਗੇ, ਅਤੇ 500 ਕਰੋੜਸ ਐਲੋਕੇਟ ਕੀਤੇ ਜਾਣਗੇ ਅੰਡਰ ਦਾ ਪੰਜਾਬ ਪੇਂਡੂ ਆਵਾਸ ਯੋਜਨਾ।
ਉਸ ਤੋਂ ਬਾਅਦ ਅਰਬਨ ਇਨਫਰਾਸਟ੍ਰਕਚਰ ਦੀ ਗੱਲ ਤਾਂ ਇਹਦੇ ਵਿੱਚ 877 ਕਰੋੜਸ ਐਲੋਕੇਟ ਕੀਤੇ ਜਾਣਗੇ ਫॉर ਡਿਵੈਲਪਮੈਂਟ ਵਰਕਸ, ਓਕੇ, ਤੇ 5000 EWS ਹਾਊਸਿਸ ਫॉर ਅਰਬਨ ਪੂਅਰ ਅੰਡਰ ਅਫੋਰਡੇਬਲ ਹਾਊਸਿੰਗ ਕੰਪੋਨੈਂਟ ਆਫ ਪ੍ਰਧਾਨ ਮੰਤਰੀ ਆਵਾਸ ਯੋਜਨਾ। ਦੇਖੋ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਹ ਬੇਸਿਕਲੀ 2015 ਦੇ ਵਿੱਚ ਉਹਨੂੰ ਲਾਂਚ ਕੀਤਾ ਗਿਆ ਸੀ, ਠੀਕ ਹੈ, ਕਿ ਜਿਹੜੇ ਅਰਬਨ ਪੂਅਰ ਨੇ ਉਹਨਾਂ ਨੂੰ ਹਾਊਸ ਪ੍ਰੋਵਾਈਡ ਕਰਨ ਦੇ ਲਈ, ਠੀਕ ਹੈ, ਮੇਨ ਏਮ ਇਹ ਸੀ ਇਹ ਵਾਲੀ ਯੋਜਨਾ ਦਾ। ਤੇ ਇਹਦੇ ਵਿੱਚ ਇਹਨਾਂ ਨੇ ਕੀ ਏਮ ਬਣਾਇਆ ਕਿ 5000 EWS ਹਾਊਸਿਸ ਦਵਾਂਗੇ ਅਸੀਂ ਅਰਬਨ ਪੂਅਰ ਨੂੰ। ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਸੋਸ਼ਲ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ 5 ਕਰੋੜਸ ਨੇ ਉਹਨਾਂ ਨੂੰ ਸੈੱਟ ਕੀਤਾ ਗਿਆ ਫॉर 올ਡ ਏਜ ਹੋਮਸ ਇਨ ਆਲ ਡਿਸਟ੍ਰਿਕਟ। ਹੁਣ ਪੰਜਾਬ ਬਜਟ ਦੇ ਵਿੱਚ ਹਿੱਸਾ ਲੈ ਕੇ ਆ ਗਿਆ ਕਿ ਹਰ ਡਿਸਟ੍ਰਿਕਟ ਦੇ ਵਿੱਚ ਇੱਕ 올ਡ ਏਜ ਹੋਮ ਬਣਾਇਆ ਜਾਊਗਾ, ਓਕੇ। ਉਹ ਤੋਂ ਬਾਅਦ 901 ਕਰੋੜ ਇਮਾਰਕਡ ਅੰਡਰ ਦ ਹੈਡ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ, ਠੀਕ ਹੈ, ਵਿਮਨ ਇੰਪਾਵਰਮੈਂਟ ਦੇ ਲਈ ਤੇ ਸੋਸ਼ਲ ਜਸਟਿਸ ਦੇ ਲਈ ਵੀ ਜਿਹੜੇ 901 ਕਰੋੜਸ ਆ ਐਲੋਕੇਟ ਕੀਤੇ ਗਏ ਨੇ, ਓਕੇ। ਸੋ ਇਹ ਜਿਹੜੇ ਫਿਗਰਸ ਇਹਨਾਂ ਦਾ ਤੁਸੀਂ ਹਲਕਾ ਜਿਹਾ ਆਈਡੀਆ ਰੱਖ ਸਕਦੇ ਹੋ, ਠੀਕ ਹੈ, ਕਿ ਕੀ ਚੀਜ਼ਾਂ ਦੀ ਗੱਲ ਕੀਤੀ ਗਈ ਹੈ। ਸੋ ਨੈਕਸਟ ਕੁਐਸਚਨ ਹੈ ਅਪ ਟੂ ਵਿਚ ਕਲਾਸ ਐਜੂਕੇਸ਼ਨ ਵਿਲ ਬੀ ਪ੍ਰੋਵਾਈਡਡ ਫ੍ਰੀ ਆਫ ਕਾਸਟ ਇਨ ਗਵਰਨਮੈਂਟ ਸਕੂਲਸ। ਗਵਰਨਮੈਂਟ ਸਕੂਲਸ ਦੇ ਵਿੱਚ ਹੁਣ ਜਿਹੜੀ ਐਜੂਕੇਸ਼ਨ ਉਹਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤਾ ਜਾਊਗਾ ਕਿਹੜੀ ਕਲਾਸ ਤੱਕ। ਸੋ ਇਹਦਾ ਆਨਸਰ ਸੁਣ ਲਓ, ਇਹਦਾ ਆਨਸਰ ਹੈਗਾ +2। ਦੇਖੋ ਪਹਿਲਾਂ ਕੀ ਹੁੰਦਾ ਸੀ, ਪਹਿਲਾਂ 8th ਕਲਾਸ ਤੱਕ ਬॉयਜ਼ ਤੇ ਗਰਲਸ ਦੋਨਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਸੀ ਤੇ ਸਿਰਫ ਗਰਲਸ ਨੂੰ +2 ਤੱਕ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਸੀ ਤੇ ਬॉयਜ਼ ਨੂੰ 8th ਤੱਕ ਕੀਤੀ ਜਾਂਦੀ ਸੀ। ਬਟ ਇਸ ਬਜਟ 'ਚ ਇਹ ਬੋਲਿਆ ਗਿਆ ਕਿ +2 ਤੱਕ ਬॉयਜ਼ ਤੇ ਗਰਲਸ ਦੋਨਾਂ ਨੂੰ ਫ੍ਰੀ ਐਜੂਕੇਸ਼ਨ ਗਵਰਨਮੈਂਟ ਸਕੂਲਸ ਦੇ ਵਿੱਚ ਪ੍ਰੋਵਾਈਡ ਕੀਤੀ ਜਾਊਗੀ, ਓਕੇ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਟੂ ਬੀ ਸੈਟਅਪ ਐਟ। ਸ਼੍ਰੀ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਨੂੰ ਕਿੱਥੇ ਸੈਟਅਪ ਕੀਤਾ ਜਾਊਗਾ? ਇਸ ਕੁਐਸਚਨ ਦਾ ਆਨਸਰ ਹੈ B, ਦੈਟ ਇਜ਼ ਤਰਨ ਤਾਰਨ, ਠੀਕ ਹੈ। ਸੋ ਇਹਦੇ ਬਾਰੇ ਤੁਸੀਂ ਯਾਦ ਰੱਖਿਓ ਕਿ ਕਿੱਥੇ ਬਣਾਇਆ ਜਾਊਗਾ, ਤਰਨ ਤਾਰਨ ਦੇ ਵਿੱਚ। ਹੁਣ ਦੇਖੋ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਨੈਕਸਟ ਈਅਰ ਉਹਨਾਂ ਦੀ 400th ਬਰਥ ਐਨਵਰਸਰੀ ਹੈ। ਸੋ ਐਨਵਰਸਰੀ ਨੂੰ ਸੈਲੀਬ੍ਰੇਟ ਕਰਨ ਦੇ ਲਈ ਇਹਨਾਂ ਨੇ ₹25 ਕਰੋੜਸ ਐਲੋਕੇਟ ਕੀਤੇ ਨੇ। ਇਹ ਹੋਗੀ ਪਹਿਲੀ ਗੱਲ। ਤੇ ਨੈਕਸਟ ਤੁਸੀਂ ਇੱਕ ਹੋਰ ਗੱਲ ਯਾਦ ਰੱਖਣੀ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਪਰ ਇੱਕ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਬਣਾਇਆ ਜਾਊਗਾ ਕਿੱਥੋਂ ਤੋਂ ਕਿੱਥੋਂ ਤੱਕ? ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਬੰਗਾ ਤੱਕ, ਓਕੇ। ਸੋ ਇਹ ਚੀਜ਼ ਨੂੰ ਯਾਦ ਰੱਖਿਓ, ਇਹ ਬੇਸਿਕਲੀ 54 ਕਿਲੋਮੀਟਰ ਲੌਂਗ ਮਾਰਗ ਹੋਊਗਾ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਕਿੱਥੇ ਓਪਨ ਕੀਤੀ ਜਾਊਗੀ? ਪਟਿਆਲਾ ਦੇ ਵਿੱਚ। ਐਸੇ ਕੁਐਸਚਨਸ ਪੁੱਛ ਸਕਦੇ ਆ, ਸੋ ਧਿਆਨ ਰੱਖਿਓ। ਨੈਕਸਟ ਹੈ 2 ਨਿਊ ਐਗਰੀਕਲਚਰ ਕਾਲਜ, 2 ਨਵੇਂ ਐਗਰੀਕਲਚਰ ਕਾਲਜ ਦੀ ਵੀ ਗੱਲ ਕੀਤੀ ਗਈ ਹੈ ਬਜਟ ਦੇ ਵਿੱਚ। ਸੋ 2 ਨਵੇਂ ਐਗਰੀਕਲਚਰ ਕਾਲਜ ਕਿੱਥੇ ਖੁੱਲਣਗੇ? ਇਹਦਾ ਆਨਸਰ ਆਊਗਾ D, ਦੈਟ ਇਜ਼ ਗੁਰਦਾਸਪੁਰ ਤੇ ਬਲਾਚੌਰ, ਓਕੇ। ਦੈਨ ਨੈਕਸਟ ਹੈ ਵੈਟਰਨਰੀ ਕਾਲਜ ਐਂਡ ਰੀਜਨਲ ਰਿਸਰਚ ਸੈਂਟਰ ਨੂੰ ਕਿੱਥੇ ਓਪਨ ਕੀਤਾ ਜਾਊਗਾ? ਇਹਦਾ ਆਨਸਰ ਆਊਗਾ D, ਦੈਟ ਇਜ਼ ਸੱਪਾਂ ਵਾਲੀ। ਸੋ ਤੁਸੀਂ ਇਹਦੇ ਬਾਰੇ ਆਈਡੀਆ ਰੱਖਿਓ, ਓਕੇ। Then next ਹੈ how many government senior secondary schools to get 10 kilowatt solar plants। ਕਿੰਨੇ ਐਸੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲਸ हैं ਜਿਨ੍ਹਾਂ ਵਿੱਚ 10 ਕਿਲੋਵਾਟ ਸੋਲਰ ਪਾਵਰ ਪਲਾਂਟ ਲਗਾਇਆ ਜਾਊਗਾ? ਸੋ ਇਹਦਾ ਆਨਸਰ ਆਊਗਾ B, ਦੈਟ ਇਜ਼ 259। ਉਹ ਤੋਂ ਬਾਅਦ ਨੈਕਸਟ ਹੈ ਸੈਂਟਰ ਆਫ ਐਕਸੀਲੈਂਸ ਆਫ ਫਲੋਰੀਕਲਚਰ ਟੂ ਬੀ ਸੈਟਅਪ ਐਟ। ਇਹ ਕਿੱਥੇ ਬਣਾਇਆ ਜਾਊਗਾ? ਸੈਂਟਰ ਆਫ ਐਕਸੀਲੈਂਸ ਆਫ ਫਲੋਰੀਕਲਚਰ ਇਹਨੂੰ ਬਣਾਇਆ ਜਾਊਗਾ A, ਦੈਟ ਇਜ਼ ਦੋਰਾਹਾ। ਦੈਨ ਨੈਕਸਟ ਹੈ PGI ਸੈਟੇਲਾਈਟ ਸੈਂਟਰ ਟੂ ਬੀ ਸੈਟਅਪ ਐਟ। ਇਹਦਾ ਆਨਸਰ ਆਏਗਾ D, ਦੈਟ ਇਜ਼ ਫਿਰੋਜ਼ਪੁਰ। ਇਹ ਤੁਹਾਨੂੰ ਯਾਦ ਹੀ ਰੱਖਣਾ ਪਊਗਾ, ਓਕੇ। ਉਹ ਤੋਂ ਬਾਅਦ ਨੈਕਸਟ ਹੈ ਕੈਟਲ ਫੀਡ ਪਲਾਂਟ ਟੂ ਬੀ ਸੈਟਅਪ ਐਟ। ਇਹਦਾ ਆਨਸਰ ਆਏਗਾ D, ਦੈਟ ਇਜ਼ ਕਪੂਰਥਲਾ। ਦੇਖੋ ਪੰਜਾਬ ਦੇ ਵਿੱਚ ਕੈਟਲ ਦੀ ਕਾਫੀ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਕਿ ਅਵਾਰਾ ਪਸ਼ੂ ਸੜਕਾਂ 'ਤੇ ਫਿਰਦੇ ਰਹਿੰਦੇ ਆ, ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ। ਸੋ ਇਸ ਸਮੱਸਿਆ ਨੂੰ ਸੋਲਵ ਕਰਨ ਦੇ ਲਈ ਵੀ ਇਹਨਾਂ ਨੇ ਬਜਟ ਦੇ ਵਿੱਚ ਇੱਕ ਐਲੋਕੇਸ਼ਨ ਦਿੱਤਾ ਹੈ, ਠੀਕ ਹੈ। ਸੋ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਹੈ ਕਿ ਇਹ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਕਿੰਨੇ ਪੈਸੇ ਐਲੋਕੇਟ ਕੀਤੇ ਗਏ ਨੇ। ₹25 ਕਰੋੜ। ਮੇਨ ਜਿਹੜੀ ਤੁਸੀਂ ਯਾਦ ਰੱਖਣੀ ਹੈ ਗੱਲ ਉਹ ਇਹ ਯਾਦ ਰੱਖਣੀ ਹੈ ਕਿ ਕੈਟਲ ਫੀਡ ਪਲਾਂਟ ਹੈ ਜਿਹੜਾ ਉਹ ਕਿੱਥੇ ਸੈਟਅਪ ਕੀਤਾ ਜਾਊਗਾ? ਕਪੂਰਥਲਾ ਦੇ ਵਿੱਚ, ਓਕੇ। ਸੋ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਐਗਰੀਕਲਚਰ ਡਾਇਵਰਸੀਫਿਕੇਸ਼ਨ ਦੇ ਲਈ। ਐਗਰੀਕਲਚਰ ਡਾਇਵਰਸੀਫਿਕੇਸ਼ਨ ਦੇ ਲਈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕਿਉਂਕਿ ਵੀਟ ਤੇ ਰਾਈਸ ਕਰਕੇ ਕਾਫੀ ਸਾਰੀ ਪ੍ਰੋਬਲਮਸ ਆ ਰਹੀਆਂ ਨੇ ਪੰਜਾਬ ਦੇ ਵਿੱਚ, ਇਸ ਲਈ ਪੰਜਾਬ ਗਵਰਨਮੈਂਟ ਦਾ ਹੁਣ ਮੇਨ ਫੋਕਸ ਇਹ ਹੈ ਕਿ ਵੀਟ ਤੇ ਰਾਈਸ ਤੋਂ ਧਿਆਨ ਹਟਾ ਕੇ ਫਾਰਮਰਸ ਦਾ ਕਿਸੇ ਹੋਰ ਕ੍ਰੌਪ 'ਚ ਲਗਾਇਆ ਜਾਵੇ, ਓਕੇ। ਸੋ ਮੇਨ ਕ੍ਰੌਪ ਜਿਹਦੇ ਉੱਪਰ ਧਿਆਨ ਦਿੱਤਾ ਜਾਊਗਾ ਕਿਹੜੀ ਹੈ? ਮੇਜ਼। ਉਹ ਤੋਂ ਬਾਅਦ ਨੈਕਸਟ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ
इस चीज़ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਹੁਣ ਜਿਹੜੀਆਂ ਸ਼ੂਗਰ ਮਿਲਸ ਹੈ, 2 ਜਗ੍ਹਾ ਦੀਆਂ ਸ਼ੂਗਰ ਮਿਲਸ ਨੂੰ ਅਪਗ੍ਰੇਡ ਕੀਤਾ ਜਾਊਗਾ। ਕਿੱਥੇ ਕਿੱਥੇ ਦੀ ਹੈ? ਗੁਰਦਾਸਪੁਰ ਐਂਡ ਦ ਸੈਕਿੰਡ ਵਨ ਇਜ਼ ਬਟਾਲਾ। ਪੇਪਰ 'ਚ ਕੋਈ ਵੀ ਕੁਐਸਚਨ ਆ ਸਕਦਾ ਹੈ, ਸੋ ਜਿਹੜੀਆਂ ਵੀ ਡਿਟੇਲਸ ਨੇ ਛੋਟੇ ਛੋਟੇ ਉਹ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ। ਉਹ ਤੋਂ ਬਾਅਦ ਨੈਕਸਟ ਹੈ ਨਿਊ ਹਾਰਟੀਕਲਚਰ ਐਸਟੇਟ ਟੂ ਬੀ ਸੈਟਅਪ ਐਟ, ਵੈਰੀ ਇੰਪੋਰਟੈਂਟ ਕੁਐਸਚਨ। ਓਕੇ, ਇਸ ਬਜਟ ਦੇ ਵਿੱਚ ਗੱਲ ਕੀਤੀ ਗਈ ਹੈ ਕਿ 4 ਨਿਊ ਹਾਰਟੀਕਲਚਰ ਐਸਟੇਟਸ ਨੂੰ ਸੈਟਅਪ ਕੀਤਾ ਜਾਊਗਾ। ਸੋ ਇਹਨਾਂ ਵਿੱਚ ਕਿਹੜਾ ਆਪਸ਼ਨ ਸਹੀ ਹੈ? ਮੋਗਾ, ਮਾਨਸਾ, ਅੰਮ੍ਰਿਤਸਰ, ਜਲੰਧਰ। ਇਹਨਾਂ ਵਿੱਚੋਂ ਸਹੀ ਹੈ ਸੀ, ਦੈਟ ਇਜ਼ ਅੰਮ੍ਰਿਤਸਰ। ਅੰਮ੍ਰਿਤਸਰ ਦੇ ਵਿੱਚ ਬੇਸਿਕਲੀ ਪੀਅਰ ਐਸਟੇਟ ਖੋਲ੍ਹਿਆ ਜਾਊਗਾ। ਬਾਕੀ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਦੀ ਹਾਂ ਇੱਕ ਇੱਕ ਹਾਰਟੀਕਲਚਰ ਦੇ ਬਾਰੇ। ਓਕੇ, ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ, ਅੰਮ੍ਰਿਤਸਰ ਦੇ ਵਿੱਚ ਪੀਅਰ ਐਸਟੇਟ ਇਨ ਵੇਰਕਾ। ਓਕੇ, ਸੈਕਿੰਡ ਅਗਰ ਆਪਾਂ ਗੱਲ ਕਰੀਏ ਪਠਾਨਕੋਟ ਦੀ, ਪਠਾਨਕੋਟ ਦੇ ਬੇਸਿਕਲੀ ਸੁਜਾਨਪੁਰ ਦੇ ਵਿੱਚ ਲੀਚੀ ਐਸਟੇਟ ਦੀ ਗੱਲ ਕੀਤੀ ਗਈ ਹੈ। ਉਹ ਤੋਂ ਬਾਅਦ ਥਰਡ ਹੈ ਕੋਟਕਪੂਰਾ। ਕੋਟਕਪੂਰਾ ਦੇ ਵਿੱਚ ਹਾਰਟੀਕਲਚਰ ਐਸਟੇਟ ਦੀ ਗੱਲ ਕੀਤੀ ਗਈ ਹੈ। ਉਹ ਤੋਂ ਬਾਅਦ ਫੋਰਥ ਹੈ ਪਟਿਆਲਾ। ਪਟਿਆਲਾ ਦੇ ਵਿੱਚ ਗੁਆਵਾ ਐਸਟੇਟ ਦੀ ਗੱਲ ਕੀਤੀ ਗਈ ਹੈ। ਓਕੇ, ਸੋ ਤੁਸੀਂ ਇਹਦੇ ਬਾਰੇ ਆਈਡੀਆ ਰੱਖਿਓ। ਮੇਨ ਅੰਮ੍ਰਿਤਸਰ, ਪਠਾਨਕੋਟ, ਕੋਟਕਪੂਰਾ ਤੇ ਪਟਿਆਲਾ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਇਹਦੇ ਬਾਰੇ ਪੁੱਛ ਸਕਦੇ ਆ ਪੇਪਰ 'ਚ। ਉਹ ਤੋਂ ਬਾਅਦ ਨੈਕਸਟ ਹੈ 3 ਨਿਊ ਮੈਗਾ ਇੰਡਸਟਰੀਅਲ ਪਾਰਕ ਕਿੱਥੇ ਕਿੱਥੇ ਸੈਟਅਪ ਕੀਤੇ ਜਾਣਗੇ। ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਆਉਣ ਵਾਲੇ ਐਗਜ਼ਾਮਸ ਦੇ ਲਈ। ਓਕੇ, ਸੋ ਇੱਕ ਇੱਕ ਕਰਕੇ ਇਹਦੇ ਬਾਰੇ ਵੀ ਡਿਸਕਸ ਕਰਦੇ ਹਾਂ। ਬੇਸਿਕਲੀ ਇਸ ਬਜਟ ਦੇ ਵਿੱਚ ਕਿਹਾ ਗਿਆ ਹੈ ਕਿ 3 ਨਿਊ 1000 ਏਕੜ ਮੈਗਾ ਇੰਡਸਟਰੀਅਲ ਪਾਰਕਸ ਸੈਟਅਪ ਕੀਤੇ ਜਾਣਗੇ। ਠੀਕ ਹੈ, ਸੋ ਕਿੱਥੇ ਕਿੱਥੇ ਹੈ? ਪਹਿਲਾਂ ਤਾਂ ਪਲੇਸ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਪਹਿਲਾ ਹੈਗਾ ਮਾਛੀਵਾੜਾ। ਓਕੇ, ਸੈਕਿੰਡ ਹੈ ਬਠਿੰਡਾ। ਥਰਡ ਜਿਹੜਾ ਹੈ ਉਹ ਰਾਜਪੁਰੇ ਦੇ ਕੋਲ ਹੈ। ਬੇਸਿਕਲੀ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ ਦੇ ਉੱਪਰ। ਹੁਣ ਆਪਾਂ ਗੱਲ ਕਰਦੇ ਹਾਂ ਵੀ ਕਾਹਦਾ ਪਾਰਕ ਬਣਾਉਣ ਦੀ ਗੱਲ ਕੀਤੀ ਗਈ ਹੈ। ਅਗਰ ਆਪਾਂ ਮਾਛੀਵਾੜਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬੇਸਿਕਲੀ ਮੇਨ ਟੈਕਸਟਾਈਲ ਇੰਡਸਟਰੀ ਦੇ ਉੱਪਰ ਧਿਆਨ ਦਿੱਤਾ ਜਾਊਗਾ। ਸੈਕਿੰਡ ਬਠਿੰਡਾ ਦੇ ਵਿੱਚ ਗ੍ਰੀਨ ਇੰਡਸਟਰੀ ਦੀ ਗੱਲ ਕੀਤੀ ਗਈ ਹੈ। ਥਰਡ ਜਿਹੜਾ ਰਾਜਪੁਰਾ ਦੇ ਕੋਲ ਹੈ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ, ਇਹਦੇ ਵਿੱਚ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ ਫਾਰਮ ਕੀਤਾ ਜਾਊਗਾ। ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ। ਓਕੇ, ਨੈਕਸਟ ਹੈ ਇੰਡਸਟਰੀਅਲ ਪਾਰਕ ਫॉर ਫਾਰਮਾਸਿਊਟੀਕਲ ਇੰਡਸਟਰੀ ਟੂ ਬੀ ਸੈਟਅਪ ਐਟ। ਇਹਦਾ ਆਨਸਰ ਆਊਗਾ ਵਜ਼ੀਰਾਬਾਦ, ਫਤਿਹਗੜ੍ਹ ਸਾਹਿਬ। ਓਕੇ, ਵਜ਼ੀਰਾਬਾਦ। ਬੇਸਿਕਲੀ ਇਸ ਪਲੇਸ ਦੇ ਉੱਪਰ ਫਾਰਮਾਸਿਊਟੀਕਲ ਇੰਡਸਟਰੀ ਦੇ ਲਈ ਇੰਡਸਟਰੀਅਲ ਪਾਰਕ ਸੈਟਅਪ ਕੀਤਾ ਜਾਊਗਾ। ਸੋ ਇਹਦਾ ਵੀ ਤੁਸੀਂ ਆਈਡੀਆ ਰੱਖਿਓ। ਓਕੇ, ਨੈਕਸਟ ਗੱਲ ਕਰਦੇ ਹਾਂ ਅੰਡਰ ਸਮਾਰਟ ਸਿਟੀ ਮਿਸ਼ਨ ਵਿਚ ਸਿਟੀਜ਼ ਟੂ ਬੀ ਡਿਵੈਲਪਡ ਐਜ਼ ਸਮਾਰਟ ਸਿਟੀਜ਼। ਸਮਾਰਟ ਸਿਟੀ ਮਿਸ਼ਨ ਦੇ ਅੰਦਰ ਐਸੀ ਕਿਹੜੀ ਸਿਟੀਜ਼ ਹੈ ਜਿਨ੍ਹਾਂ ਨੂੰ ਸਮਾਰਟ ਸਿਟੀਜ਼ ਦੇ ਵਿੱਚ ਕਨਵਰਟ ਕੀਤਾ ਜਾਊਗਾ? ਪਹਿਲੀ ਹੈ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ। ਸੈਕਿੰਡ ਇਜ਼ ਲੁਧਿਆਣਾ, ਜਲੰਧਰ, ਅੰਮ੍ਰਿਤਸਰ। ਥਰਡ ਇਜ਼ ਅੰਮ੍ਰਿਤਸਰ, ਨਾਭਾ, ਹੁਸ਼ਿਆਰਪੁਰ। ਜਾਂ ਡੀ ਇਜ਼ ਨਨ ਆਫ ਦੀਜ਼। ਸੋ ਇਹਦਾ ਆਨਸਰ ਕੀ ਆਊਗਾ? ਬੀ, ਦੈਟ ਇਜ਼ ਲੁਧਿਆਣਾ, ਜਲੰਧਰ, ਅੰਮ੍ਰਿਤਸਰ। ਓਕੇ, ਬੇਸਿਕਲੀ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ 104 ਕਰੋੜ ਜਿਹੜੇ ਨੇ ਉਹ ਐਲੋਕੇਟ ਕੀਤੇ ਗਏ ਨੇ। ਦੇਖੋ ਫਿਗਰਸ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ, ਮੇਨ ਤੁਸੀਂ ਸਿਟੀਜ਼ ਦਾ ਨਾਮ ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਗੱਲ ਕਰੀਏ ਅੰਮ੍ਰਿਤਸਰ ਨੂੰ 76 ਕਰੋੜਸ ਐਲੋਕੇਟ ਕੀਤੇ ਗਏ ਨੇ।
ओके ਉਹ ਤੋਂ ਬਾਅਦ ਸੋ ਨੈਕਸਟ ਕੁਐਸਚਨ ਹੈ ਆਰਮਡ ਫੋਰਸਿਸ ਪ੍ਰਸਪੈਕਟਿਵ ਇੰਸਟੀਟਿਊਟ ਨੂੰ ਕਿੱਥੇ ਸੈਟਅਪ ਕੀਤਾ ਜਾਊਗਾ ਇਹਦਾ ਆਨਸਰ ਆਊਗਾ ਸੀ ਦੈਟ ਇਜ਼ ਹੁਸ਼ਿਆਰਪੁਰ ਓਕੇ ਦੈਨ ਨੈਕਸਟ ਹੈ ਹਾਊ ਮਚ ਅਮਾਊਂਟ ਇਜ਼ ਐਲੋਕੇਟ ਫॉर द ਮਾਡਰਨਾਈਜੇਸ਼ਨ ਆਫ ਪੰਜਾਬ ਪੁਲਿਸ ਦੀ ਮਾਡਰਨਾਈਜੇਸ਼ਨ ਦੇ ਲਈ ਕਿੰਨੇ ਪੈਸੇ ਐਲੋਕੇਟ ਕੀਤੇ ਗਏ ਨੇ ਇਹਦਾ ਆਨਸਰ ਆਏਗਾ ਬੀ ਦੈਟ ਇਜ਼ 132 ਕਰੋੜ ਓਕੇ ਸੋ ਨੈਕਸਟ ਆਪਾਂ ਪੁਆਇੰਟ ਪੜ੍ਹਦੇ ਹਾਂ ਫਰੀडम फाइटर्स ਦੇ ਲਈ ਕੀ ਇਹਦੇ ਵਿੱਚ ਪ੍ਰਾਵਧਾਨ ਰੱਖੇ ਗਏ ਨੇ ਬਜਟ ਦੇ ਵਿੱਚ ਪਹਿਲਾ ਹੈ ਟੂ ਗੈਟ 1 ਆਊਟ ਆਫ ਟਰਨ ਟਿਊਬਵੈਲ ਕਨੈਕਸ਼ਨ then 3% reservation in house allotment third is need not to pay any toll tax on state highways so ਪਹਿਲਾ ਕੀ ਹੈ ਕਿ ਉਹਨਾਂ ਨੂੰ out of turn 1 ਟਿਊਬਵੈਲ ਕਨੈਕਸ਼ਨ ਦਿੱਤਾ ਜਾਊਗਾ then 3% ਰਿਜ਼ਰਵੇਸ਼ਨ ਦਿੱਤੀ ਜਾਊਗੀ ਹਾਊਸ ਅਲਾਟਮੈਂਟ ਦੇ ਵਿੱਚ ਤੇ ਉਹਨਾਂ ਨੂੰ ਸਟੇਟ ਹਾਈਵੇ ਦੇ ਉੱਪਰ ਕੋਈ ਵੀ ਟੋਲ ਟੈਕਸ ਪੇ ਕਰਨ ਦੀ ਜ਼ਰੂਰਤ ਨਹੀਂ ਹੈ ਓਕੇ ਸੋ ਨੈਕਸਟ ਹੈ ਬਜਟ ਦੇ ਵਿੱਚ ਇੱਕ ਐਸੀ ਜੇਲ੍ਹ ਹੈ ਜਿਹਦੇ ਵਿੱਚ ਨਿਊ ਹਸਪੀਟਲ ਨੂੰ ਖੋਲ੍ਹਣ ਦੀ ਗੱਲ ਕੀਤੀ ਗਈ ਹੈ ਤੇ ਉੱਥੇ ਨਾਲ ਹੀ ਡੀ ਐਡਿਕਸ਼ਨ ਸੈਂਟਰਸ ਵੀ ਖੋਲ੍ਹੇ ਜਾਣਗੇ ਆਪਾਂ ਨੂੰ ਪਤਾ ਨਾ ਪੰਜਾਬ ਦੇ ਵਿੱਚ ਡਰੱਗਸ ਦੀ ਕਾਫੀ ਸਮੱਸਿਆ ਚੱਲ ਰਹੀ ਹੈ ਸੋ ਡੀ ਐਡਿਕਸ਼ਨ ਸੈਂਟਰਸ ਵੀ ਉੱਥੇ ਖੋਲ੍ਹੇ ਜਾਣਗੇ ਸੋ ਕਿਹੜੀ ਜੇਲ੍ਹ ਹੈ ਜੇਲ੍ਹ ਦਾ ਨਾਮ ਹੈ ਸੈਂਟਰਲ ਜੇਲ੍ਹ ਹੁਸ਼ਿਆਰਪੁਰ ਸੋ ਇਹਦਾ ਤੁਸੀਂ ਯਾਦ ਰੱਖਿਓ ਉਹ ਤੋਂ ਬਾਅਦ ਸੋ ਨੈਕਸਟ ਹੈ ਬਜਟ ਦੇ ਵਿੱਚ ਕਈ ਚੀਜ਼ਾਂ ਨੂੰ ਰੈਜੂਵੀਨੇਟ ਕਰਨ ਦੇ ਲਈ ਕਿ ਉਹਨਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ ਫੰਡਸ ਐਲੋਕੇਟ ਕੀਤੇ ਗਏ ਹੈ ਸੋ ਕਿਸ ਦੀ ਮੁਰੰਮਤ ਕੀਤੀ ਜਾਊਗੀ ਪਹਿਲਾ ਇਜ਼ ਬੁੱਢਾ ਨਾਲਾ ਸੈਕਿੰਡ ਇਜ਼ ਛੋਟੀ ਨਦੀ ਐਂਡ ਥਰਡ ਇਜ਼ ਬੜੀ ਨਦੀ ਓਕੇ ਸੋ ਇਹਦੇ ਵਿੱਚ ਕਿੰਨੇ ਫੰਡਸ ਐਲੋਕੇਟ ਕੀਤੇ ਗਏ ਹੈ ਇਹ ਵੈਸੇ ਯਾਦ ਕਰਨ ਦੀ ਲੋੜ ਨਹੀਂ ਹੈ ਇੱਕ ਵਾਰ ਮੈਂ ਦੱਸ ਦਿੰਦੀ ਹਾਂ ਜਿਨ੍ਹਾਂ ਨੇ ਯਾਦ ਰੱਖਣਾ ਹੋਵੇ ਉਹਨਾਂ ਲਈ ਬੁੱਢਾ ਨਾਲਾ ਦੇ ਲਈ ਰੁਪੀਸ 650 ਕਰੋੜ ਉਸ ਤੋਂ ਇਲਾਵਾ ਛੋਟੀ ਨਦੀ ਤੇ ਬੜੀ ਨਦੀ ਨੂੰ ਮਿਲਾ ਕੇ ਰੁਪੀਸ 60 ਕਰੋੜ ਸੋ ਦੇਖੋ ਹੁਣ ਆਪਾਂ ਬਜਟ ਦੀ ਜਿਹੜੀ ਮੇਨ ਗੱਲਾਂ ਸੀ ਉਹ ਤਾਂ ਦੇਖ ਲਈਆਂ ਕੁਝ ਹੋਰ ਪੁਆਇੰਟਸ ਜਿਨ੍ਹਾਂ ਉੱਪਰ ਤੁਹਾਨੂੰ ਪੁੱਛ ਸਕਦੇ ਆ ਉਹ ਵੀ ਦੇਖ ਲੈਂਦੇ ਆ ਇੱਕ ਕਰਕੇ ਅਗਰ ਤੁਹਾਨੂੰ ਪੇਪਰ 'ਚ ਕੁਐਸਚਨ ਆ ਜਾਏ ਕਿ ਕੋਈ ਨਿਊ ਟੈਕਸ ਜਿਹੜਾ ਹੈ ਉਹ ਇੰਟਰੋਡਿਊਸ ਕੀਤਾ ਗਿਆ ਇਸ ਬਜਟ ਦੇ ਵਿੱਚ ਨਹੀਂ ਸੈਕਿੰਡ ਗੱਲ ਹੈ ਇਸ ਸਾਲ ਪਹਿਲੀ ਵਾਰ ਹੋਇਆ ਕਿ ਜਿਹੜਾ ਪੰਜਾਬ ਦਾ ਇਲੈਕਟ੍ਰਿਸਿਟੀ ਬੋਰਡ ਹੈ PSPCL ਠੀਕ ਹੈ ਉਹਨੂੰ ਰੁਪੀਸ 80 ਕਰੋੜ ਦਾ ਪ੍ਰੋਫਿਟ ਹੋਇਆ ਉਹ ਤੋਂ ਬਾਅਦ ਥਰਡ ਅਗਰ ਆਪਾਂ ਗੱਲ ਕਰੀਏ ਯੂਥ ਦੀ ਤਾਂ ਯੂਥ ਦੇ ਲਈ ਰੁਪੀਸ 324 ਕਰੋੜ ਜਿਹੜੇ ਨੇ ਉਹ ਐਲੋਕੇਟ ਕੀਤੇ ਗਏ ਨੇ ਇੰਪਲੋਇਮੈਂਟ ਜਨਰੇਸ਼ਨ ਦੇ ਲਈ ਤੇ ਨਾਲ ਹੀ ਰੁਪੀਸ 148 ਕਰੋੜ ਜਿਹੜੇ ਨੇ ਉਹ ਐਲੋਕੇਟ ਕੀਤੇ ਗਏ ਨੇ ਸਕਿੱਲ ਡਿਵੈਲਪਮੈਂਟ ਦੇ ਲਈ ਉਹ ਤੋਂ ਬਾਅਦ फोर्थ अगर आप गल करिए 19 न्यू ITIs ਨੂੰ ਸੈਟਅਪ ਕਰਨ ਦੀ ਗੱਲ ਕੀਤੀ ਗਈ ਹੈ ਸੋ ITIs ਦੀ ਫੁੱਲ ਫਾਰਮ ਹੈ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟਸ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟਸ ਓਕੇ ਫਿਫਥ ਤੇ ਲਾਸਟ ਪੁਆਇੰਟ ਹੈ ਦੇਖੋ ਹੁਣ ਜਿਹੜੇ ਵੀ ਫਾਰਮਰਸ ਨੇ ਲੋਨ ਲਿੱਤਾ ਹੋਇਆ ਉਹਨਾਂ ਦੀ ਕਰਜ਼ਾ ਮਾਫੀ ਦੇ ਲਈ ਠੀਕ ਹੈ ਇਹਨਾਂ ਨੇ ਟੋਟਲ ਰੁਪੀਸ 2000 ਕਰੋੜ ਜਿਹੜੇ ਨੇ ਉਹ ਐਲੋਕੇਟ ਕੀਤੇ ਹੈ ਤੇ ਇਹ ਵਾਲੇ ਪੈਸਿਆਂ ਦੇ ਵਿੱਚੋਂ ਮਤਲਬ ਇਹ 2000 ਕਰੋੜ ਦੇ ਵਿੱਚੋਂ ਜਿਹੜੇ 520 ਕਰੋੜ ਰੁਪੀਸ ਨੇ ਉਹ ਰੱਖੇ ਗਏ ਨੇ ਉਹਨਾਂ ਦੇ ਲਈ ਜਿਹੜੇ ਲੈਂਡਲੈਸ ਫਾਰਮ ਲੇਬਰਰਸ ਨੇ ਲੈਂਡਲੈਸ ਫਾਰਮ ਲੇਬਰਰਸ ਸੋ ਅੱਜ ਇਸ ਵੀਡੀਓ ਦੇ ਵਿੱਚ ਬਜਟ ਦੇ ਆਪਾਂ ਸਾਰੇ ਇੰਪੋਰਟੈਂਟ ਪੁਆਇੰਟਸ ਡਿਸਕਸ ਕੀਤੇ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਤੇ ਆਉਣ ਵਾਲੇ ਐਗਜ਼ਾਮਸ 'ਚ ਪੁੱਛ ਸਕਦੇ ਆ ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਮੈਂ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇੱਕ ਚੀਜ਼ ਤੁਹਾਨੂੰ ਦੱਸਾਂ ਸੋ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਾ ਨੈਕਸਟ ਲੈਕਚਰ ਦੇ ਵਿੱਚ ਥੈਂਕ ਯੂ ਸੋ ਮਚ